ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਲੇਸਾ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਸਹਿਸ ਸਿਆਣਪਾ ਲੱਖ ਹੋਵੇ, ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੁਗੋ ਜੁਗ ਅਟਲ ਸਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰਿਓ, ਜੋ ਕੱਲ੍ਹ ਤੋਂ ਜਪਜੀ ਸਾਹਿਬ ਜੀ ਦੀ ਵਿਚਾਰ ਸੰਧਿਆ ਆਪਾਂ ਨਾਲ ਜੁੜ ਕਰਕੇ ਆਰੰਭ ਕੀਤੀ ਹੈ, ਉਸ ਦੀ ਪਹਿਲੀ ਪੌੜੀ ਦੀ ਆਰੰਭਤਾ ਹੋਈ ਹੈ ਕਿ ਜਦੋਂ ਅਸੀਂ ਪਾਠ ਕੀਤਾ ਹੈ ਭੁੱਖਿਆਂ ਭੁੱਖ ਨਾ ਉਤਰੀ, ਤੇ ਬਹੁਤਾ ਸਾਡਾ ਜੋ ਉਚਾਰਨ ਹੈ ਉਸ ਦੀ ਆਵਾਜ਼ ਆ ਰਹੀ ਹੈ ਭੁੱਖਿਆਂ ਭੁੱਖ ਨਾ ਉਤਰਈ। ਕੀੜੀ ਅੱਖਰ ਇਸ ਦੇ ਵਿੱਚ ਕਿਤੇ ਵੀ ਨਹੀਂ ਲੱਗਾ ਹੋਇਆ, ਇਸ ਲਈ ਇਸਦਾ ਜਿਹੜਾ ਉਚਾਰਨ ਕਰਨਾ ਹੈ ਉਤਰੀ। ਰਾਏ ਨੂੰ ਬਿਹਾਰੀ ਦੀ ਮਾਤਰਾ ਲੱਗੀ ਹੋਈ ਹੈ, ਹਿੰਦੀ ਦੇ ਹਿਸਾਬ ਨਾਲ ਵੱਡੀ ਕੀਤੀ, ਤੇ ਉਸਦਾ ਉਚਾਰਨ ਰੀ ਹੋਏਗਾ, ਰਹੀ ਨਹੀਂ ਹੋਏਗਾ। ਇਸ ਲਈ ਜਦੋਂ ਵੀ ਪਾਠ ਕਰਨਾ ਹੈ ਤੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਉਤਰਈ ਇਸ ਦਾ ਉਚਾਰਨ ਗਲਤ ਹੈ, ਜਦੋਂ ਵੀ ਕਰਨਾ ਹੈ ਉਤਰੀ ਕਰਨਾ ਹੈ, ਕਿਉਂਕਿ ਕੀੜੀ ਅੱਖਰ ਇਸ ਦੇ ਵਿੱਚ ਕਿਤੇ ਵੀ ਨਹੀਂ ਲੱਗਦਾ ਹੋਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਇਸ ਪਾਵਨ ਬਾਣੀ ਦੀ ਦਾਤ ਕੋਸ਼ਿਸ਼ ਕੀਤੀ ਹੈ। ਕੱਲ ਆਪਾਂ ਵਿਚਾਰ ਕੀਤੀ ਸੀ ਕਿ ਅਕਾਲ ਪੁਰਖ ਪਰਮਾਤਮਾ ਜਿਹੜਾ ਸਦਾ ਰਹਿਣ ਵਾਲਾ ਹੈ, ਉਹ ਆਦਿ ਵੀ ਸੱਚ ਹੈ, ਜੁਗਾਦ ਵੀ ਸੱਚ ਹੈ ਵੀ ਸੱਚ, ਅੱਜ ਵੀ ਹੈ ਤੇ ਨਾਨਕ ਹੋਸੀ ਵੀ ਸੱਚ। ਉਹ ਸਾਡੇ ਜਾਣ ਤੋਂ ਬਾਅਦ ਵੀ ਰਹਿਣ ਵਾਲਾ ਹੈ। ਪਰਮਾਤਮਾ ਸਦਾ ਹੀ ਵਰਤਮਾਨ ਹੈ, ਕਦੇ ਵੀ ਪਰਮਾਤਮਾ ਸੀ ਜਾਂ ਹੋਵੇਗਾ ਕਦੇ ਨਹੀਂ ਆਖਿਆ ਜਾ ਸਕਦਾ। ਪਰਮਾਤਮਾ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਸਾਡੇ ਜਨਮ ਤੋਂ ਬਾਅਦ ਵੀ ਹੋਵੇਗਾ। ਉਸ ਸਦਾ ਰਹਿਣ ਵਾਲੇ ਦੀ ਪ੍ਰਾਪਤੀ ਦੇ ਵਾਸਤੇ, ਉਸ ਸਦਾ ਰਹਿਣ ਵਾਲੇ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਾਨੂੰ ਅੱਜ ਦਾ ਜੋ ਕਿ ਸ਼ਬਦ ਬਖਸ਼ਿਸ਼ ਕੀਤਾ ਹੈ ਪਹਿਲੀ ਪੌੜੀ, ਉਸ ਦੇ ਵਿੱਚ ਆਖਰੀ ਪੰਕਤੀਆਂ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਪ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਵਾਲ ਕੀਤਾ ਹੈ ਕਿ ਸਾਡੇ ਜੀਵਨ ਦੇ ਵਿੱਚੋਂ ਵਿਕਾਰ ਕਿਵੇਂ ਖਤਮ ਹੋਣ, ਕੂੜੇ ਦੀ ਕੰਧ ਕਿਵੇਂ ਨਿਕਲੇ, ਤੇ ਸਾਡਾ ਜੀਵਨ ਸਚਿਆਰ ਕਿਵੇਂ ਹੋਏ, ਭਾਵ ਅਸੀਂ ਪਰਮਾਤਮਾ ਦੇ ਨਾਲ ਕਿਵੇਂ ਅਭੇਦ ਹੋ ਸਕੀਏ।
ਤੇ ਇਸ ਅਭੇਦਤਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਦੁਨੀਆ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਤਰੀਕੇ ਅਪਣਾਏ ਗਏ ਹਨ। ਧਨ ਕਮਾਉਣ ਦੇ ਵਾਸਤੇ ਵੀ ਅਨੇਕਾਂ ਤਰੀਕੇ ਸੰਸਾਰ ਦੇ ਅੰਦਰ ਵਰਤੇ ਜਾਂਦੇ ਹਨ ਤੇ ਧਰਮ ਕਮਾਉਣ ਦੇ ਵਾਸਤੇ ਵੀ। ਧਨ ਕਮਾਉਣ ਵਾਲਿਆਂ ਦੀ ਇੱਕੋ ਹੀ ਦੌੜ ਹੈ ਕਿ ਸਾਡੇ ਜਿਹੜੀ ਢਿੱਡ ਦੀ ਭੁੱਖ ਹੈ, ਪੇਟ ਦੀ ਭੁੱਖ ਹੈ, ਉਹ ਕਿਸੇ ਤਰੀਕੇ ਦੇ ਨਾਲ ਖਤਮ ਹੋਵੇ। ਤੇ ਜਿਹੜੇ ਧਰਮ ਕਮਾਉਣ ਵਾਲੇ ਹਨ ਉਹਨਾਂ ਦੀ ਇਹ ਭੁੱਖ ਹੈ ਕਿ ਸਾਨੂੰ ਪਰਮਾਤਮਾ ਦੇ ਨਾਲ ਅਭੇਦਤਾ ਪ੍ਰਾਪਤ ਹੋ ਜਾਵੇ। ਧਨ ਕਮਾ ਕੇ ਮਨੁੱਖ ਅਨੇਕਾਂ ਤਰੀਕਿਆਂ ਦੇ ਨਾਲ ਆਪਣੇ ਆਪਣੇ ਇਲਾਕੇ ਦੇ ਨਾਲ ਆਪਣੇ ਪੇਟ ਦੀ ਪੂਰਤੀ ਕਰਦਾ ਹੈ। ਕਿਸੇ ਇਲਾਕੇ ਦੇ ਵਿੱਚ ਜਿਵੇਂ ਪੰਜਾਬ ਹੈ, ਉੱਥੇ ਜ਼ਿਆਦਾਤਰ ਲੋਕ ਕਣਕ ਦਾ ਆਟਾ ਵਰਤਦੇ ਹਨ। ਇੱਥੇ ਛੱਤੀਸਗੜ੍ਹ ਦੇ ਵਿੱਚ ਜ਼ਿਆਦਾ ਲੋਕ ਚੌਲ ਵਰਤਦੇ ਹਨ। ਮਹਾਰਾਸ਼ਟਰ ਦੇ ਲੋਕ ਜ਼ਿਆਦਾ ਜਵਾਰ ਦਾ ਆਟਾ ਵਰਤਦੇ ਹਨ। ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਆਪਣਾ ਆਪਣਾ ਭੋਜਨ ਹੈ। ਉਸੇ ਤਰ੍ਹਾਂ ਹੀ ਆਪਣੇ ਆਪਣੇ ਪਲਟੀ ਦੇ ਅਨੁਸਾਰ, ਆਪਣੇ ਆਪਣੇ ਤਰੀਕੇ ਦੇ ਅਨੁਸਾਰ ਧਰਮ ਕਮਾਉਣ ਦਾ ਰਸਤਾ ਵੀ ਸੰਸਾਰ ਦੇ ਅੰਦਰ ਚੱਲਦਾ ਹੈ। ਕੋਈ ਕਿਸੇ ਤਰੀਕੇ ਦੇ ਨਾਲ ਤੇ ਕੋਈ ਕਿਸੇ ਤਰੀਕੇ ਦੇ ਨਾਲ, ਪਰ ਦੌੜ ਸਾਰਿਆਂ ਦੀ ਇੱਕ ਹੈ ਕਿ ਅਸੀਂ ਸੱਚੇ ਦੇ ਨਾਲ ਜੁੜ ਜਾਈਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਉਹ ਮਾਰਗ ਦ੍ਰਿੜ ਕਰਵਾਇਆ ਤੇ ਜਿਸ ਮਾਰਗ ਦੇ ਉੱਤੇ ਚੱਲ ਕੇ ਅਸੀਂ ਉਸ ਸੱਚੇ ਦੇ ਵਿੱਚ ਅਭੇਦ ਨਹੀਂ ਹੋ ਸਕਦੇ, ਉਸ ਮਾਰਗ ਦੇ ਵਾਸਤੇ ਸਾਨੂੰ ਗਿਆਨ ਵੀ ਦਿੱਤਾ ਕਿ ਜੇ ਇਸ ਮਾਰਗ ਦੇ ਉੱਤੇ ਚੱਲਾਂਗੇ ਤੇ ਸਾਡਾ ਜੀਵਨ ਸਚਿਆਰ ਨਹੀਂ ਹੋ ਸਕੇਗਾ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਇੱਥੇ ਸੋਚ ਤੋਂ ਭਾਵ ਹੈ ਇਸ਼ਨਾਨ ਕਰਨਾ। ਇਹ ਅੱਖਰ ਨਾ ਹਿੰਦੀ ਦਾ ਹੈ ਤੇ ਨਾ ਪੰਜਾਬੀ ਦਾ ਅੱਖਰ ਹੈ, ਫਾਰਸੀ ਦਾ ਅੱਖਰ ਹੈ ਸੋਚ। ਇਸ ਤੋਂ ਭਾਵ ਹੈ ਆਪਣੇ ਸਰੀਰ ਨੂੰ ਸ਼ੁੱਧ ਕਰਨਾ। ਆਪਾਂ ਸੁਖਮਨੀ ਸਾਹਿਬ ਦੇ ਅੰਦਰ ਪਾਠ ਕਰਦੇ ਹਾਂ, ਜਦੋਂ ਇਹ ਪੰਕਤੀ ਆਉਂਦੀ ਹੈ, ਸੋਚ ਕਰੈ ਦਿਨ ਸਿਆ ਆਰ, ਦਿਨ ਸਿਆ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਸਪਸ਼ਟ ਹੁੰਦਾ ਹੈ ਅਰਥ ਕਿ ਦਿਨ ਰਾਤ ਵੀ ਜੇ ਅਸੀਂ ਇਸ਼ਨਾਨ ਕਰਦੇ ਰਹੀਏ ਤੇ ਜਿਹੜੇ ਸਾਡੇ ਮਨ ਦੀ ਮੈਲ ਹੈ ਉਹ ਤਨ ਨੂੰ ਨਹਾਉਣ ਦੇ ਨਾਲ ਸਾਫ਼ ਨਹੀਂ ਹੋ ਸਕਦੀ। ਬਾਹਰੀ ਇਸ਼ਨਾਨ ਕਰਨ ਦੇ ਨਾਲ ਜਿਹੜੇ ਮਨ ਦੀ ਮੈਲ ਹੈ ਉਹ ਧੋਤੀ ਨਹੀਂ ਜਾ ਸਕਦੀ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੇ ਅਸੀਂ ਲੱਖਾਂ ਵਾਰ ਵੀ ਇਸ਼ਨਾਨ ਕਰ ਲਈਏ, ਸਾਡੇ ਦੇਸ਼ ਦੇ ਅੰਦਰ ਤੇ ਇਹ ਮਹਾਨ ਇਸ਼ਨਾਨ ਨੂੰ ਮਹਾਨਤਾ ਹੀ ਬਹੁਤ ਦਿੱਤੀ ਗਈ ਹੈ। ਅਨੇਕਾਂ ਤੀਰਥਾਂ ਦਾ ਇਸ਼ਨਾਨ ਸੰਸਾਰ ਦੇ ਅੰਦਰ, ਸਾਡੇ ਦੇਸ਼ ਦੇ ਅੰਦਰ ਖਾਸ ਕਰਕੇ ਦੱਸਿਆ ਜਾਂਦਾ ਹੈ ਕਿ ਫਲਾਣੇ ਤੀਰਥ ਦਾ ਇਸ਼ਨਾਨ ਕਰੋਗੇ ਤੇ ਇਹ ਫਲ ਮਿਲੇਗਾ, ਫਲਾਣੇ ਤੀਰਥ ਦਾ ਇਸ਼ਨਾਨ ਕਰੋਗੇ ਤੇ ਇਹ ਫਲ ਮਿਲੇਗਾ। ਤੇ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਨਹੀਂ ਭਾਈ, ਕੇਵਲ ਇਸ਼ਨਾਨ ਕਰਨ ਦੇ ਨਾਲ, ਕੇਵਲ ਨਹਾਉਣ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਨਿਰਮਲ ਨਹੀਂ ਹੋ ਸਕਦਾ। ਨਹਾਤਾ ਧੋਤਾ ਥਾਏ ਨਾ ਪਾਈ। ਅਸੀਂ ਜਿੰਨਾ ਮਰਜ਼ੀ ਆਪਣੇ ਪਿੰਡੇ ਨੂੰ ਰਗੜੀ ਜਾਈਏ, ਜਿਵੇਂ ਕਿਸੇ ਬਰਤਨ ਨੂੰ ਜਿੰਨਾ ਮਰਜ਼ੀ ਬਾਹਰੋਂ ਰਗੜੀਏ, ਜਿੰਨਾ ਚਿਰ ਉਸਦੇ ਅੰਦਰਲਾ ਅਸੀਂ ਗੰਦ ਸਾਫ਼ ਨਹੀਂ ਕਰਾਂਗੇ, ਅੰਦਰਲੀ ਜੂਠ ਸਾਫ਼ ਨਹੀਂ ਕਰਾਂਗੇ ਤੇ ਉਹ ਬਰਤਨ ਸਾਫ਼ ਨਹੀਂ ਹੋ ਸਕਦਾ। ਉਸੇ ਤਰ੍ਹਾਂ ਸਾਡਾ ਤਨ ਵੀ ਜਿਹੜਾ ਹੈ ਬਾਹਰੋਂ ਧੋਣ ਦੇ ਨਾਲ, ਬਾਹਰੋਂ ਇਸ਼ਨਾਨ ਕਰਨ ਦੇ ਨਾਲ ਜਿਹੜਾ ਹੈ ਉਹ ਪਵਿੱਤਰ ਨਹੀਂ ਹੋ ਸਕਦਾ। ਪਾਤਸ਼ਾਹ ਜੀ ਨੇ ਇਸ ਪੱਧਤੀ ਦਾ, ਇਸ ਜਿਹੜਾ ਮਾਰਗ ਹੈ ਕਿ ਕੇਵਲ ਨਹਾਉਣ ਦੇ ਨਾਲ, ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਅਸੀਂ ਰੱਬ ਦੇ ਵਿੱਚ ਅਭੇਦ ਹੋਵਾਂਗੇ, ਸੱਚੇ ਦੇ ਵਿੱਚ ਜੁੜ ਜਾਵਾਂਗੇ ਤੇ ਇਹ ਮਾਰਗ ਸਾਨੂੰ ਸਚਿਆਰ ਨਹੀਂ ਕਰਵਾ ਸਕਦਾ, ਕਿਉਂਕਿ ਮਨ ਜਿਹੜਾ ਹੈ ਸਾਡਾ ਅਜੇ ਤੱਕ ਮੈਲਾ ਹੈ। ਕਬੀਰ ਸਾਹਿਬ ਜੀ ਦਾ ਇੱਕ ਵਿਚਰ ਗ੍ਰੰਥ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ, ਗੰਗਾ ਨਹਾਏ ਜੋ ਨਾ ਤਰ ਹੈ, ਮੇਢ ਕਿਉਂ ਨਾ ਤਰ ਹੈ ਜਿਨ ਕੇ ਗੰਗਾ ਮੇ ਘਰ ਹੈ। ਕਿ ਜੇ ਗੰਗਾ ਨਹਾਉਣ ਦੇ ਨਾਲ ਸਾਡਾ ਜੀਵਨ ਸਫਲ ਹੁੰਦਾ ਹੋਵੇ ਤੇ ਡੱਡੂਆਂ ਦਾ ਤੇ ਘਰ ਹੀ ਗੰਗਾ ਹੈ, ਉਹ ਗੰਗਾ ਦੇ ਵਿੱਚ ਰਹਿ ਕੇ ਵੀ ਕਿਉਂ ਨਹੀਂ ਕਰ ਜਾਂਦੇ। ਉਹ ਤੇ ਫਿਰ ਜੀਵ ਜੰਤੂਆਂ ਦੀ ਉਹਨਾਂ ਜੋਨਾਂ ਦੇ ਵਿੱਚ ਪਏ ਹੋਏ ਆ ਜੋ ਬੋਲ ਵੀ ਨਹੀਂ ਸਕਦੇ, ਆਪਣੀ ਭਾਵਨਾ ਨੂੰ ਪ੍ਰਗਟ ਨਹੀਂ ਕਰ ਸਕਦੇ। ਸ਼ੰਖ ਬਜਾਏ ਜੋ ਨਾ ਤਰ ਹੈ, ਗਧੇ ਕਿਉਂ ਨਾ ਤਰ ਹੈ ਜਿਨ ਕੇ ਸ਼ੰਖ ਜੈਸੇ ਸੁਰ ਹੈ। ਗਧੇ ਦੀ ਆਵਾਜ਼ ਜਿਹੜੀ ਹੈ ਸ਼ੰਖ ਦੇ ਵਰਗੀ ਹੈ ਤੇ ਜਿਹੜਾ ਹਰ ਦਿਨ ਰਾਤ ਗਧਾ ਹਿੰਕਦਾ ਫਿਰਦਾ ਹੈ, ਤੇ ਜੇ ਸ਼ੰਖ ਵਜਾਉਣ ਨਾਲ ਗਧੇ ਦਾ ਭਲਾ ਹੋਵੇ ਤੇ ਗਧੇ ਦਾ ਸਭ ਤੋਂ ਪਹਿਲਾਂ ਹੋ ਜਾਵੇ
जटा बधाए जो ना कर है, मोर क्यों ना कर है जिनके लंबे लंबे पर है। जे जटावां रखण दे नाल मनुख दा भला हुंदा होवे ते भगत वीर जी कहंदे हैं कि फिर मोर क्यों नहीं कर जांदा, ਉਹਦੇ ਜਿਹੜੇ केश कह लो या पर कह लो सब तो लंबे हैं, सोहणे भी हैं, ते वो क्यों नहीं कर जांदा। करेगा मनुख को कहत कबीर सुनो रे संतो, वही ना कर है जिनके हृदय में हर है। करना उन्हें है, भला उसका होगा जिसके हृदय के अंदर सच्चे नाम का प्रकाश होगा। सच्चे दे प्रकाश तो बिना, सच्चे नाम के हृदय के अंदर टिकाव तो बिना असीं जिन्ने भी कार्य कर लीए, जिन्ना मर्जी ना लीए, साडा जीवन जिहड़ा है वो सफल नहीं हो सकता। चुप है चुप ना हो गई जे लाए रहा लिवतार। दूसरा मार्ग सी कि चुप हो के बह जाओ। सियाणा दी ये सोच सी जिन्हां ने भी कि घाट घड़ी कि ज्यादा बोलण दे नाल साडा मन जिहड़ा है वो खिंड जांदा है, मन साडा विकरदा है। पातशाह जी ने पावन बाणी के अंदर भी कृपा की कि बहुता बोलण छकण, पर सतगुरु पातशाह जी ने यह भी नहीं कहा कि असीं मौनी बन के बैठना, चुप करके बैठना है। जिन्ना चਿਰ असीं बोलांगे नहीं, अपनी भावना असीं किसी के अगे व्यक्त नहीं कर सकते, अपनी भावना अपनी सोच को किसी के नाल साझी नहीं कर सकते। जे अज आपां जपजी साहिब जी दी विचार कर रहे हैं तो बोल के ही कर रहे हैं, ते जे मौनी बन के बह जांदे ते ना तो गुरु की गल मैं पढ़ सकनी सी, ना तुहाडे तक पहुंच सकनी सी। ते सतगुरु पातशाह जी ने कृपा की कि भाई नहीं, केवल चुप रहण दे नाल असीं इस भवजन सागर को पार नहीं हो सकते। चुप रहण दे नाल जिहड़ा है असीं सच्चार सच्चे प्रभु दे विच अभेद नहीं हो सकते, क्योंकि मूँह साडा जिन्ना मर्जी बंद है पर मन के अंदर जिहड़ियां भावनावां हन वो हर वेले चुप चलदियां रहिंदियां। मन साडा कदे भी चुप नहीं करता। पातशाह जी ने पावन बाणी के अंदर कृपा की है, बोलै नाई कोई बैठा होनी अंतर कल्प भवाइए जोनी, कि मुँह दे विचों ते मुँह बंद करके बैठे कि मैं मुँह दे विचों आवाज़ नहीं कढ़नी, पर मन नूं किवें रोकेगा। मन अंदर कल्प रहा है, मन के अंदर बार बार विचार, कोई किसी तरीके का विचार उठ रहा है, कोई किसी तरीके का विचार उठ रहा है, तो उन्होंने विचारों के करके मन से टिकिया नहीं। इस करके मनुख जिहड़ा है अंतर कल्प भवाइए जोनी, मुड़ के फिर आवागमन के चक्कर के विच ही फसिया रह जाता है, क्योंकि जिहड़ा करने वाला कार्य से सच्चे की बंदगी करनी, सिमरन करना, वो नहीं किया। केवल एक पखंड करके मनुख का जीवन रह गया कि उसने मौन धारण कर लिया। भुखिया भुख ना उतरी जे बन्ना कुड़ियां भार। भुखे रहण दे नाल या अपने मन नूं अपनियां भावनावां नूं भुखिया रखण दे नाल पातशाह जी कृपा करदे साडा जिहड़ा है वो पार उतारा नहीं हो सकता। भावें साडे सामने सारी दुनिया का, सारे संसार का खजाना अन्न पदार्थ जिहड़ा है वो लिया के रख दिता जाए, तां भी साडी जिहड़ी भुख है वो कदे खत्म नहीं हो सकती। कि ये जिहड़ा भुख वाला संकल्प है ये बाप मार्गियां ने लिआंदा सी। 20-25 साल पहला एक फिरके ने ये शुरू किया सी, है उस तो बहुत पहला दी ये सोच लोगों की कि मनुख अपनियां भावनावां नूं जिहड़ा है वो पूरियां करे, जो भी साडे मन की भुख है उसको पूरा करे, तो वो भुख पूरी करन दे नाल जिहड़ा है मनुख तृप्त होएगा, ते तृप्त होण दे नाल मनुख फिर सच दे मार्ग दे उत्ते चल होएगा। इहो जिहा समां भी आया कि कई लोगों ने ये पखंड किया जां कहो अपने मन दीयां भावनावां नूं पूरा करन दा यतन किया कि सत्संग के नाम से लोगों को इकट्ठे करना, कुछ समय गल्लां करनियां, उस तो बाद एक कहना जी तुहानूं तुसीं संगत दे विच बैठे हो, तुहाडा आपस विच कोई रिश्ता नहीं है, 5 मिनट के वास्ते लाइटां बंद करनियां, जो तुहाडा जिस दे नाल मन करदा वो कर लो कि तुहाडा मन तृप्त हो जाए। पर जिहड़ा मन है वो कदे भी राज नहीं सकता, क्योंकि साडा जिहड़ा संकल्प है, अखां जिहड़ियां हर वेले रूप तकदियां हैं, जिन्ना मर्जी असीं देख लीए पर साडा मन देखण तो कदे भी रजदा नहीं है।
ਤੇ ਮਨ ਦੀ ਜਿਹੜੀ ਸਾਡੀ ਭੁੱਖ ਹੈ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ ਹੈ, ਰੂਪੀ ਭੁੱਖ ਨਾ ਉਤਰੈ ਜਾ ਦੇਖਾਂ ਤਾਂ ਭੁੱਖ। ਅੱਖਾਂ ਦੇ ਨਾਲ ਜਿੰਨਾ ਮਰਜ਼ੀ ਅਸੀਂ ਦੇਖ ਲਈਏ ਪਰ ਸਾਡੀ ਭੁੱਖ ਜਿਹੜੀ ਹੈ ਉਹ ਕਦੇ ਨਹੀਂ ਖਤਮ ਹੋ ਸਕਦੀ। ਜੇ ਆਪਣੇ ਜੀਵਨ ਦੇ ਬਹੁਤੇ ਸਾਲ ਦੇਖਦੇ ਹਾਂ, ਅਸੀਂ ਕਹਿ ਲਈਏ ਕਿ ਹੁਣ ਅਸੀਂ ਥੱਕ ਗਏ ਹਾਂ ਤੇ ਫਿਰ ਮੁੜ ਕੇ ਸਾਡੇ ਅੱਖਾਂ ਦੀ ਜਿਹੜੀ ਭੁੱਖ ਹੈ ਦੇਖਣ ਦੀ ਉਹ ਫਿਰ ਬਰਾਬਰ ਖੜੀ ਹੈ। ਇਸੇ ਤਰ੍ਹਾਂ ਮਨ ਦੀ ਮਾਇਆ ਦੀ ਭੁੱਖ ਹੈ, ਇਹ ਕਦੇ ਵੀ ਖਤਮ ਨਹੀਂ ਹੁੰਦੀ। ਹਰ ਵੇਲੇ ਮਨੁੱਖ ਚਾਹੁੰਦਾ ਹੈ ਕਿ ਸੰਸਾਰ ਦੇ ਸਾਰੇ ਪਦਾਰਥ ਮੇਰੇ ਕੋਲ ਆ ਜਾਣ। ਅਨੇਕਾਂ ਯਤਨ ਕੀਤੇ ਸੰਸਾਰ ਦੇ ਲੋਕਾਂ ਨੇ, ਸਿਕੰਦਰ ਵਰਗਿਆਂ ਨੇ ਸਾਰੀ ਦੁਨੀਆ ਨੂੰ ਜਿੱਤਣ ਦਾ ਯਤਨ ਕੀਤਾ ਕਿ ਸਾਰੀ ਦੁਨੀਆ ਦਾ ਧਨ ਮੇਰੇ ਕੋਲ ਆ ਕੇ ਰਾਜੇ। ਕਰੂ ਵਰਗਿਆਂ ਨੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਈਆ ਕਢਵਾ ਲਿਆ ਕਿ ਸਾਡੀ ਭੁੱਖ ਖਤਮ ਹੋ ਜਾਵੇ, ਪਰ ਭੁੱਖ ਜਿਹੜੀ ਹੈ ਮਨੁੱਖ ਦੀ ਉਹ ਨਹੀਂ ਖਤਮ ਹੋ ਸਕਦੀ। ਪਾਤਸ਼ਾਹ ਜੀ ਨੇ ਇਸ ਕਰਕੇ ਉਪਦੇਸ਼ ਕੀਤਾ ਕਿ ਜਿਹੜੀ ਭੁੱਖੇ ਰਹਿਣ ਵਾਲਾ ਸੰਕਲਪ ਹੈ, ਜਾਂ ਇਹ ਕਹਿ ਲਓ ਕਿ ਅਸੀਂ ਜੋ ਮਰਜ਼ੀ ਕਰ ਕਰਕੇ ਆਪਣੇ ਮਨ ਨੂੰ ਰਜਾਈਏ ਕਿ ਸਾਡੇ ਮਨ ਦੀ ਭੁੱਖ ਖਤਮ ਹੋ ਜਾਵੇਗੀ, ਸਾਡੇ ਮਨ ਦੀ ਜਿਹੜੀ ਭੁੱਖ ਹੈ ਉਹ ਖਤਮ ਨਹੀਂ ਹੋ ਸਕਦੀ। ਇਹ ਜਿਹੜਾ ਸੰਕਲਪ ਸੀ, ਇਸ ਨੂੰ ਵੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਖੰਡਨ ਕੀਤਾ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਮੰਨਾ ਪੁਰੀਆਂ। ਭਾਰ ਸਾਡੀ ਭੁੱਖਿਆਂ ਰਹਿ ਕੇ ਦੁਨੀਆ ਦੇ ਪਦਾਰਥ ਇਕੱਠੇ ਕਰਨ ਤੋਂ ਬਾਅਦ ਵੀ ਤ੍ਰਿਸ਼ਨਾ ਬਿਰਲੇ ਕੀ ਬੁਝੀਏ। ਤ੍ਰਿਸ਼ਨਾ ਜਿਹੜੀ ਭੁੱਖ ਹੈ ਉਹ ਖਤਮ ਨਹੀਂ ਹੋ ਸਕਦੀ। ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ। ਇਹ ਚੌਥਾ ਮਾਰਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ, ਜਿਸ ਦੇ ਵਕਤ ਇਹ ਸੰਕਲਪ ਸੀ ਕਿ ਮਨੁੱਖ ਭੁੱਖਿਆ ਰਹਿ ਕੇ ਵੀ ਨਹੀਂ ਰੱਜ ਸਕਦਾ। ਭੁੱਖਿਆ ਰਹਿ ਕੇ ਵੀ ਮਨੁੱਖ ਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ, ਨਹਾ ਕੇ ਵੀ ਪ੍ਰਾਪਤੀ ਨਹੀਂ ਹੈ, ਚੁੱਪ ਰਹਿ ਕੇ ਵੀ ਪ੍ਰਾਪਤੀ ਨਹੀਂ ਹੈ। ਤੇ ਮਨੁੱਖ ਕੰਮ ਕਰੇ ਕਿ ਮਨੁੱਖ ਗਿਆਨ ਪ੍ਰਾਪਤ ਕਰੇ, ਮਨੁੱਖ ਵਿਦਵਾਨ ਬਣੇ, ਅਵਲ ਦਰਜੇ ਦਾ ਸਾਹਿਤਕਾਰ ਬਣੇ, ਦਾਰਸ਼ਨਿਕ ਬਣੇ ਤੇ ਗਿਆਨ ਪ੍ਰਾਪਤ ਕਰਕੇ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਮਾਰਗ ਦਾ ਵੀ ਖੰਡਨ ਕੀਤਾ ਹੈ ਕਿ ਕੇਵਲ ਪੂਰਾ ਗਿਆਨ ਜਿਹੜਾ ਹੈ ਉਹ ਵੀ ਸਾਡੇ ਜੀਵਨ ਦੇ ਵਾਸਤੇ ਨੁਕਸਾਨਦਾਇਕ ਹੈ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਕਿ ਕੇਵਲ ਅਸੀਂ ਪੜ੍ਹਾਈ ਕਰ ਲਈ, ਗਿਆਨ ਪ੍ਰਾਪਤ ਕਰ ਲਿਆ ਤੇ ਉਸ ਗਿਆਨ ਨੂੰ ਪ੍ਰਾਪਤ ਕਰ ਲੈਣਾ ਤੇ ਅਕਾਲ ਪਰਮਾਤਮਾ ਦੀ ਪ੍ਰਾਪਤੀ ਕਰ ਲੈਣਾ, ਇਹਨਾਂ ਦੋਨਾਂ ਦੇ ਵਿੱਚ ਅੰਤਰ ਹੈ। ਗਿਆਨ ਮਨੁੱਖ ਨੇ ਬਹੁਤ ਪ੍ਰਾਪਤ ਕੀਤਾ, ਗਿਆਨ ਦੇ ਸਿਰ ਤੇ ਮਨੁੱਖ ਅੱਜ ਹਵਾਈ ਜਹਾਜ਼ਾਂ ਦੇ ਵਿੱਚ ਉੜਦਾ ਵੀ ਹੈ। ਗਿਆਨ ਨੇ ਮਨੁੱਖ ਦੇ ਕੋਲ ਪਰਮਾਣੂ ਬਾਬੀ ਬਣਾਤੇ, ਜਿਸ ਦੇ ਨਾਲ ਦੁਨੀਆ ਦਾ ਵਿਨਾਸ਼ ਹੋ ਸਕਦਾ ਹੈ। ਪਰ ਉਹ ਗਿਆਨ ਜੇ ਮਨੁੱਖ ਨੂੰ ਹੰਕਾਰੀ ਬਣਾਉਂਦਾ ਹੈ, ਮਨੁੱਖ ਦੇ ਵਿੱਚੋਂ ਦਇਆ ਖਤਮ ਕਰਦਾ ਹੈ, ਤੇ ਉਹ ਗਿਆਨ ਵੀ ਮਨੁੱਖ ਦੇ ਵਾਸਤੇ ਹਾਨੀਕਾਰਕ ਹੈ। ਵਿਦਿਆ ਪੜ੍ਹ ਕੇ, ਗਿਆਨ ਪ੍ਰਾਪਤ ਕਰਕੇ ਸਾਡੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ, ਪਰ ਹੋਇਆ ਸਮੇਂ ਦੇ ਨਾਲ ਸਭ ਕੁਝ ਉਲਟਾ ਹੈ। ਮਨੁੱਖ ਨੇ ਗਿਆਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਹੰਕਾਰੀ ਬਣਾ ਲਿਆ ਕਿ ਮੈਂ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕਰ ਲਿਆ। ਇਸੇ ਗਿਆਨ ਦੇ ਚੱਕਰਾਂ ਦੇ ਅੰਦਰ ਲਾਲ ਚੰਦ ਪੰਡਤ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੰਕਾਰ ਦਾ ਟੋਕਰਾ ਸਿਰ ਤੇ ਰੱਖ ਕੇ ਆਇਆ ਸੀ ਕਿ ਮੈਨੂੰ ਗਿਆਨ ਬਹੁਤ ਹੈ, ਮੈਂ ਬਹੁਤਿਆਂ ਨੂੰ ਗਿਆਨ ਚਰਚਾ ਦੇ ਵਿੱਚ ਹਰਾ ਦਿੱਤਾ ਹੈ, ਅੱਜ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗਿਰਾਉਣਾ। ਇਹ ਗਿਆਨ ਦਾ ਹੰਕਾਰ ਸੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਇਕੱਲਾ ਗਿਆਨ ਪ੍ਰਾਪਤ ਕਰਨ ਦੇ ਨਾਲ ਵੀ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ। ਗਿਆਨ ਪ੍ਰਾਪਤ ਕਰ ਲੈਣਾ ਤੇ ਸੱਚੇ ਨੂੰ ਪਾ ਲੈਣਾ, ਇਹਨਾਂ ਦੋਨਾਂ ਦੇ ਵਿੱਚ ਅੰਤਰ ਹੈ। ਕਿਉਂਕਿ ਗਿਆਨ ਜਦੋਂ ਪ੍ਰਾਪਤ ਕੀਤਾ ਤੇ ਮਨੁੱਖ ਦੇ ਨਾਲ ਹੰਕਾਰ ਵੀ ਆ ਗਿਆ, ਤੇ ਜਦੋਂ ਹੰਕਾਰ ਆਇਆ ਤੇ ਮਨੁੱਖ ਨੇ ਪ੍ਰਾਪਤੀ ਵਾਲੇ ਪਾਸੇ ਤੋਂ ਅੱਖਾਂ ਮੀਟ ਲਈਆਂ। ਜਿਵੇਂ ਕਿਸੇ ਮਨੁੱਖ ਨੇ ਸਾਰਾ ਜੀਵਨ ਜੋ ਲਾਲਤਾ ਕਿ ਮੈਂ ਆਪਣੇ ਘਰ ਨੂੰ ਰੋਸ਼ਨਾਉਣਾ ਹੈ, ਆਪਣੇ ਘਰ ਦੇ ਅੰਦਰ ਪ੍ਰਕਾਸ਼ ਕਰਨਾ ਹੈ, ਮਿਹਨਤ ਕੀਤੀ, ਦੀਵਾ ਵੀ ਲੈ ਆਉਂਦਾ, ਤੇਲ ਵੀ ਲੈ ਆਉਂਦਾ, ਬੱਤੀ ਵੀ ਲੈ ਆਉਂਦੀ, ਉਸਦੇ ਵਿੱਚ ਜਲਣ ਵਾਲੀ ਜੋਤ, ਤੇ ਜਦੋਂ ਉਸ ਜੋਤ ਨੂੰ ਜਗਾਇਆ ਤੇ ਆਪ ਮਨੁੱਖ ਨੇ ਅੱਖਾਂ ਮੀਟ ਲਈਆਂ। 25-30 ਸਾਲ ਜੀਵਨ ਦੇ ਅੰਦਰ ਪੜ੍ਹਾਈ ਕੀਤੀ, ਗਿਆਨ ਪ੍ਰਾਪਤ ਕੀਤਾ, ਜਦੋਂ ਸੱਚੇ ਦੀ ਪ੍ਰਾਪਤੀ ਦਾ ਵੇਲਾ ਆਇਆ ਤੇ ਮਨੁੱਖ ਨੇ ਹੰਕਾਰ ਵਾਲੀਆਂ ਅੱਖਾਂ ਖੋਲ ਲਈਆਂ ਤੇ ਸੱਚ ਵਾਲੀਆਂ ਅੱਖਾਂ ਮੀਟ ਲਈਆਂ, ਤੇ ਉਸਦਾ ਕੀਤਾ ਹੋਇਆ ਪ੍ਰਾਪਤ ਗਿਆਨ ਵੀ ਜਿਹੜਾ ਹੈ ਉਹ ਬੇਕਾਰ ਹੋ ਗਿਆ, ਵਿਅਰਥ ਚਲਿਆ ਗਿਆ।
सतगुरु पातशाह जी ने पावन बाणी के अंदर कृपा की कि विद्या पढ़ के साडे अंदर दया होनी चाहिए। विद्या विचारी ना परोपकारी, विद्या पढ़ के ज्ञान पढ़ के सानू दया प्राप्त होनी चाहिए, परोपकार की भावना होनी चाहिए है। ते जे विद्या पढ़ के साडे मन अंदर ज्ञान आ गया, असीं दूसरे मनुख नूं अपने तो तुच्छ समझण लग पे, अपने हंकार दे करके अपना लोगों की इज्जत रखनी बंद कर दी, लोगों का सत्कार करना बंद कर दिता, तो वो ज्ञान जिहड़ा है वो साडे वास्ते हानिकारक है। इस करके सतगुरु पातशाह जी ने इस केवल ज्ञान प्राप्त करके परमात्मा दे विच अभेद होने का जिहड़ा मार्ग है उसनूं भी खंडन किया कि केवल ज्ञान के सिर ते परमात्मा की प्राप्ति नहीं हो सकती। सतगुरु पातशाह जी ने फिर सवाल किया जिसकी आरंभता की कि क्यों सचियारा हुई है। सवाल के उत्ते का उत्ते खड़ा है। चार जिहड़ियां पंक्तियां सी वो भी सतगुरु पातशाह जी नाल रद्द कर दित्तियां। बाणी के अंदर होर भी जिहड़े अनेकां तरीके सी कि किने ना आवे बस धरती धाई है, परमात्मा दे प्राप्ति के वास्ते असीं सारा संसार भी गालीए ना भी परमात्मा बस नहीं आ सकता। भावें तीर्थां दे इशनान कर लईए, भावें असीं बड़े बड़े धार्मिक ग्रंथ पढ़ लीए कि नानक आवे बस के कैसे आंदा, ज्यादा ज्ञान प्राप्त करने नाल भी नहीं प्राप्ति हो सकती। नानक आवे बस वेद पढ़ावने, वेदां ग्रंथां दा ज्ञान प्राप्त कर लवे तां भी परमात्मा साडे वास्ते विच नहीं आ सकदा। ते परमात्मा की प्राप्ति हो किवें सकती है। पातशाह जी ने कृपा की, हुक्म रजाई चलना नानक लिखिया नाल। परमात्मा के हुक्म के अंदर उसकी रजा दे विच रह के अपना जीवन बतीत करना, घट बोलना, लोड़ींदा खाना, लोड़ींदा पहनना, लोड़ींदा बोलना जे साडे जीवन के अंदर रहेगा तो साडा जीवन कदे भी खुआर नहीं होगा। असीं परमात्मा की रजा दे विच उसके हुक्म के विच चल के गुरु उपदेश को कमा के परमात्मा की भगती करांगे, नाम जपांगे ते उस सच्चे दे विच अभेद हो सकते हैं। कला ज्ञान, कला नहाना या चुप करना साडे जीवन को सफल नहीं बना सकता। दोनों गल्लां साडे जीवन के अंदर जरूरी है। सफाई भी होनी चाहिए है ते नाल परमात्मा की बंदगी भी होनी चाहिए है। परमात्मा का हुक्म खिड़े मथे मनीए, परमात्मा के भाणे नूं खुश होकर मनीए तां साडे अंदर परमात्मा के नाम का प्रकाश होगा, तां असीं उस सच दे विच अभेद हो सकांगे जी। उन्हां गलतियां भुलां दी खिमा बख्शणी जी। वाहिगुरू जी का खालसा, वाहिगुरू